Welcome back to channel Ben. I hope you guys absolutely fine. Today we will learning constitutional provision relating to environment. ਚੈਪਟਰ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤੋਂ ਸਾਨੂੰ ਨਵੀਆਂ ਵੀਡੀਓ ਬਣਾਉਣ ਦੇ ਵਿੱਚ ਪ੍ਰੇਰਨਾ ਮਿਲੇਗੀ। ਅੱਜ ਅਸੀਂ ਕਰਾਂਗੇ ਕਿ ਇਨਵਾਇਰਮੈਂਟ ਦੇ ਨਾਲ ਰਿਲੇਟਿੰਗ ਜਿੰਨੇ ਵੀ ਪ੍ਰੋਵੀਜ਼ਨ ਹਨ ਉਹਨਾਂ ਸਾਰੇ ਪ੍ਰੋਵੀਜ਼ਨ ਨੂੰ ਅਸੀਂ ਇਸ ਟੌਪਿਕ ਦੇ ਵਿੱਚ ਕਵਰ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਐਗਜ਼ਾਮ ਦੇ ਵਿੱਚ ਮੋਸਟਲੀ ਇੱਕ ਪ੍ਰਸ਼ਨ ਇਹ ਪੁੱਛਿਆ ਜਾਂਦਾ ਕਿ ਵਾਟ ਆਰ ਦਾ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਇਨ ਦਾ ਇੰਡੀਆ ਫਾਰ ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਦਾ ਇਨਵਾਇਰਮੈਂਟ, ਕਿ ਇਨਵਾਇਰਮੈਂਟ ਨੂੰ ਪ੍ਰੋਟੈਕਸ਼ਨ ਅਤੇ ਉਸ ਨੂੰ ਵਧੀਆ ਬਣਾਉਣ ਦੇ ਵਿੱਚ ਸੰਵਿਧਾਨ ਦੇ ਵਿੱਚ ਕਿਹੜੀਆਂ-ਕਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇਹ ਆਪਾਂ ਨੂੰ ਕੀ ਹੈ ਐਗਜ਼ਾਮ ਦੇ ਵਿੱਚ ਕੁਐਸਚਨ ਵੱਧ ਤੋਂ ਵੱਧ ਪੁੱਛਿਆ ਜਾਂਦਾ ਹੈ। ਜੇਕਰ ਆਪਾਂ ਇਸੇ ਦੀ ਗੱਲ ਕਰੀਏ ਤਾਂ ਸੰਵਿਧਾਨ ਦੇ ਵਿੱਚ ਕੋਈ ਵੀ ਵਿਸ਼ੇਸ਼ ਪ੍ਰੋਵੀਜ਼ਨ ਨਹੀਂ ਹੈ ਇਨਵਾਇਰਮੈਂਟ ਦੇ ਲਈ, ਪਰੰਤੂ 42 ਅਮੈਂਡਮੈਂਟ ਐਂਡ 1976 ਦੇ ਵਿੱਚ ਜਦੋਂ ਇਹ ਅਮੈਂਡਮੈਂਟ ਹੋਈ, ਠੀਕ ਹੈ ਸੀ, ਤਾਂ ਇਸ ਦੇ ਵਿੱਚ 2 ਆਰਟੀਕਲਾਂ ਨੂੰ ਕੀ ਹੈ ਐਡ ਕੀਤਾ ਜੋ ਕਿ ਵਾਤਾਵਰਨ ਦੇ ਨਾਲ ਰਿਲੇਟਡ ਸਨ। ਠੀਕ ਹੈ, ਇਹਨਾਂ 2 ਐਕਟਾਂ ਨੂੰ 96 ਦੇ ਵਿੱਚ ਐਡ ਕੀਤਾ ਗਿਆ। ਸਭ ਤੋਂ ਪਹਿਲਾਂ ਆਰਟੀਕਲ ਸੀਗਾ 51A ਜੀ ਅਤੇ ਸੈਕੰਡ ਸੀਗਾ 48A। ਇਹ ਦੋਵੇਂ ਐਕਟ ਇਨਵਾਇਰਮੈਂਟ ਦੇ ਪ੍ਰੋਟੈਕਸ਼ਨ ਦੇ ਨਾਲ ਰਿਲੇਟ ਹਨ। ਇਹ ਇਨਵਾਇਰਮੈਂਟ ਨੂੰ ਪ੍ਰੋਟੈਕਸ਼ਨ ਦੇ ਵੱਲ ਲੈ ਕੇ ਜਾਣ ਦੋਵੇਂ ਐਕਟ ਨੇ ਜਿਹੜੇ ਇਹ। ਹੁਣ ਅਸੀਂ ਇਹਨਾਂ ਐਕਟਾਂ ਨੂੰ ਹੈਡਿੰਗ ਦੁਆਰਾ ਪੜ੍ਹਾਂਗੇ ਸਾਰੇ ਐਕਟਾਂ ਨੂੰ। ਠੀਕ ਹੈ, ਅਸੀਂ ਨੇ ਐਗਜ਼ਾਮ ਦੇ ਵਿੱਚ ਵੀ ਠੀਕ ਹੈ ਹੈਡਿੰਗਾਂ ਦੁਆਰਾ ਕੀ ਹੈ ਐਗਜ਼ਾਮ ਪੂਰਾ ਕਰਕੇ ਆਉਣਾ। ਇਸ ਦਾ ਮੇਨ ਮਕਸਦ ਇਹ ਹੈ ਕਿ ਜੇਕਰ ਅਸੀਂ ਐਗਜ਼ਾਮ ਵਿੱਚ ਹੈਡਿੰਗ ਥਰੂ ਲਿਖ ਕੇ ਆਉਂਦੇ ਹਾਂ ਤਾਂ ਮਤਲਬ ਬਹੁਤ ਵਧੀਆ ਮਾਰਕਸ ਆਉਂਦੇ ਹਨ। ਠੀਕ ਹੈ, ਸਭ ਤੋਂ ਪਹਿਲਾਂ ਆਉਂਦਾ ਹੈ ਕਿ ਇਨਵਾਇਰਮੈਂਟ ਪ੍ਰੋਟੈਕਸ਼ਨ ਐਂਡ ਫੰਡਾਮੈਂਟਲ ਡਿਊਟੀਜ਼। ਠੀਕ ਹੈ, ਇਸ ਦੇ ਵਿੱਚ ਆਰਟੀਕਲ ਹੈਗਾ 41A ਜੀ। ਠੀਕ ਹੈ, states that it shall be the duty of the every citizen to protect and improve the natural environment including forest, lakes, river and wildlife। ਇਹ ਐਕਟ ਕਹਿੰਦਾ ਹੈ ਕਿ ਹਰੇਕ ਨਾਗਰਿਕ ਦੀ ਡਿਊਟੀ ਹੈ ਕਿ ਉਹ ਕੁਦਰਤੀ ਇਨਵਾਇਰਮੈਂਟ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ ਉਸ ਨੂੰ ਇੰਪਰੂਵਮੈਂਟ ਕਰੇ। ਇਸ ਦਾ ਮਤਲਬ ਇਹ ਹੈ ਕਿ ਹਰੇਕ ਜਿਹੜਾ ਸਿਟੀਜ਼ਨ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਇਨਵਾਇਰਮੈਂਟ ਨੂੰ ਸੁਰੱਖਿਅਤ ਰੱਖੇ, ਉਸ ਦੀ ਸਾਂਭ ਸੰਭਾਲ ਕਰੇ। ਠੀਕ ਹੈ, ਅਤੇ ਉਸ ਨੂੰ ਵਧੀਆ ਬਣਾ ਕੇ ਰੱਖੇ। ਇਨਵਾਇਰਮੈਂਟ ਦੇ ਵਿੱਚ ਫੋਰੈਸਟ, ਲੇਕ, ਰਿਵਰਸ ਐਂਡ ਵਾਈਲਡ ਲਾਈਫ ਇਹਨਾਂ ਬਾਰੇ ਦੱਸਿਆ ਕਿ ਇਹਨਾਂ ਨੂੰ ਵੀ ਆਪਾਂ ਨੇ ਕੀ ਹੈ ਵਧੀਆ ਬਣਾ ਕੇ ਰੱਖਣਾ ਹੈਗਾ। ਇਸ ਦੇ ਵਿੱਚ ਇਹੀ ਗੱਲ ਕਹੀ ਗਈ ਹੈ ਕਿ ਇਟਸ ਵਨ ਆਫ ਦਾ ਫੰਡਾਮੈਂਟਲ ਡਿਊਟੀ ਆਫ ਐਵਰੀ ਸਿਟੀਜ਼ਨ ਟੂ ਪ੍ਰੋਟੈਕਟ। ਕੇਸ ਸੀਗਾ ਇਨ MC ਮਹਿਤਾ। ਇਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਹਰੇਕ ਵਾਸ ਹੈਲਡ ਬਾਈ ਦਾ ਸੁਪਰੀਮ ਬਣਦੀ ਹੈ, ਫੰਡਾਮੈਂਟਲ ਡਿਊਟੀ ਬਣਦੀ ਹੈ ਆਫ ਇੰਡੀਆ ਦੈਟ ਇਨਵਾਇਰਮੈਂਟ ਨੂੰ ਕੀ ਹੈ ਪ੍ਰੋਟੈਕਟ ਰੱਖੇ। ਡਿਊਟੀ ਆਫ ਦਾ ਇਨਵਾਇਰਮੈਂਟ ਗਵਰਨਮੈਂਟ ਟੂ ਇੰਟਰੋਡਿਊਸ ਕੰਪਲਸਰੀ ਟੀਚਿੰਗ ਆਫ ਡਿਊਟੀ ਬਣਦੀ ਹੈ ਹਰੇਕ ਸਿਟੀਜ਼ਨ ਦੀ ਵੀਕ ਔਨ ਇਨਵਾਇਰਮੈਂਟ ਬਣਦੀ ਹੈ ਐਜੂਕੇਸ਼ਨ, ਲੇਕ, ਰਿਵਰ, ਵਾਈਲਡ ਲਾਈਫ। ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਹਰੇਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਕਿ ਹਰੇਕ ਸਿੱਖਿਅਤ ਸੰਸਥਾ ਹੈ ਜਿਹੜੀ ਉਹਦੇ ਵਿੱਚ 1 ਹਫ਼ਤੇ ਦੇ ਵਿੱਚ 1 ਘੰਟਾ ਠੀਕ ਹੈ ਇਨਵਾਇਰਮੈਂਟ ਦੇ ਨਾਲ ਇਨਵਾਇਰਮੈਂਟ ਦੇ ਰਿਲੇਟਡ ਕੀ ਹੋਵੇ ਲੈਸਨ ਹੋਵੇ। ਇਹ ਕਿਸ ਦੀ ਡਿਊਟੀ ਲਗਾਈ ਹੈ ਸੈਂਟਰਲ ਗੌਰਮੈਂਟ ਦੀ। ਠੀਕ ਹੈ, ਇਹ ਇਸ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਕਿ ਜਿੰਨੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਹਨ ਉੱਥੇ ਸੈਂਟਰਲ ਗੌਰਮੈਂਟ ਨੂੰ ਕੰਪਲਸਰੀ ਟੀਚਿੰਗ ਇਨਵਾਇਰਮੈਂਟ ਦੇ ਤੌਰ 'ਤੇ ਹਫ਼ਤੇ ਵਿੱਚ 1 ਕਲਾਸ ਲਗਾਉਣੀ ਜ਼ਰੂਰੀ ਹੈ। ਠੀਕ ਹੈ, ਹੁਣ ਗੱਲ ਆਉਂਦੀ ਹੈ ਉਹ ਕਿਹੜੇ ਡਾਇਰੈਕਟਿਵ ਪ੍ਰਿੰਸੀਪਲ ਹਨ। ਠੀਕ ਹੈ, ਜਿਨ੍ਹਾਂ ਦੇ ਵਿੱਚ ਇਨਵਾਇਰਮੈਂਟ ਦੀ ਰੱਖਿਆ ਦੇ ਬਾਰੇ ਆਪਾਂ ਨੂੰ ਦੱਸਿਆ ਹੋਇਆ ਕਿ ਇਨਵਾਇਰਮੈਂਟ ਨੂੰ ਸੇਫ ਰੱਖਣਾ ਹੈ, ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨਾ ਹੈ। ਆਰਟੀਕਲ 48A of the Constitution deals with the protection of ecology and environment pollution। ਜਿਹੜਾ
ਆਰਟੀਕਲ 48 ਹੈ ਇਹ ਹੈ, ਠੀਕ ਹੈ। ਇਸ ਦੇ ਵਿੱਚ ਕਿਹਾ ਕਿ ਸੰਵਿਧਾਨ ਹੈ ਜਿਹੜਾ, ਠੀਕ ਹੈ, ਉਸ ਦੇ ਵਿੱਚ ਦੱਸਿਆ ਕਿ ਆਪਣੀ ਇਕੋਲੋਜੀ ਅਤੇ ਆਪਣੇ ਇਨਵਾਇਰਮੈਂਟ ਨੂੰ ਕੀ ਹੈ ਪ੍ਰੋਟੈਕਟ ਰੱਖਣਾ, ਠੀਕ ਹੈ। ਇਕੋਲੋਜੀ ਤੋਂ ਕੀ ਮਤਲਬ ਹੈ, ਜਿਵੇਂ ਜੇ ਤੁਸੀਂ ਨੇ ਇਕੋਲੋਜੀ ਸਮਝਣਾ ਤੁਸੀਂ ਮੇਰੀ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਆ ਗਿਆ ਆਰਟੀਕਲ 40A ਸੇਜ਼ ਦੈਟ ਸਟੇਟ ਸ਼ੈਲ, ਠੀਕ ਹੈ, endeavor to protect and improve the environment and to safeguard the forest and wildlife of the country, ਠੀਕ ਹੈ। ਸਟੇਟ ਉੱਪਰ ਜ਼ਿੰਮੇਵਾਰੀ ਪਾਉਂਦਾ ਹੈ ਕਿ ਇਹ ਸਟੇਟ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਇਨਵਾਇਰਮੈਂਟ ਦੀ ਪ੍ਰੋਟੈਕਸ਼ਨ ਕਰੇ ਅਤੇ ਸੇਫਗਾਰਡ ਕਰੇ, ਫੋਰੈਸਟ ਨੂੰ, ਜੰਗਲ ਵਿੱਚ ਜਿੰਨੇ ਵੀ ਜੀਵ ਜੰਤੂ ਹਨ ਸਭ ਦੀ ਸੁਰੱਖਿਆ ਕਰੇ। ਇਹ ਕੌਣ ਕਹਿੰਦਾ ਹੈ? ਆਰਟੀਕਲ 40A। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ 48A ਹੈ, ਠੀਕ ਹੈ, ਇਸ ਦੇ ਵਿੱਚ ਸਟੇਟ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਅਜਿਹੇ ਕਦਮ ਚੁੱਕੇ ਕਿ ਇਨਵਾਇਰਮੈਂਟ ਸੇਫ ਰਹਿ ਸਕੇ, ਠੀਕ ਹੈ। ਇਸ ਕਰਕੇ ਹੁਣ ਅਸੀਂ ਇੰਨੀ ਕੁ ਗੱਲ ਤਾਂ ਕਹਿ ਸਕਦੇ ਹਾਂ, ਠੀਕ ਹੈ, ਕਿ ਜਿਹੜਾ ਆਰਟੀਕਲ 51A ਹੈ ਸਾਡੀ ਪ੍ਰਕਿਰਤੀ ਨਾਲ ਸੰਬੰਧਿਤ ਹੈ, ਠੀਕ ਹੈ। ਜੋ ਸਾਡਾ ਇਨਵਾਇਰਮੈਂਟ ਹੈ ਉਸ ਦੇ ਨਾਲ ਸੰਬੰਧਿਤ ਹੈ ਕਿ ਉਹ ਇਸ ਦੀ ਸੁਰੱਖਿਆ ਕਰੇ। ਅਤੇ ਆਰਟੀਕਲ 48A ਹੈ ਜਿਹੜਾ 48A ਹੈ, ਆਰਟੀਕਲ 40A ਹੈ ਜਿਹੜਾ ਉਹ ਸਟੇਟ ਦੇ ਉੱਤੇ ਜ਼ਿੰਮੇਵਾਰੀ ਪਾਉਂਦਾ ਹੈ ਕਿ ਜਿਹੜਾ ਸਟੇਟ ਹੈ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰੇ। ਆਰਟੀਕਲ 41A ਨਾਗਰਿਕ ਨੂੰ ਕਹਿੰਦਾ ਹੈ ਕਿ ਪ੍ਰੋਟੈਕਟ ਕਰਨ ਲਈ, ਜਦ ਕਿ 48 ਹੈ ਜਿਹੜਾ, ਠੀਕ ਹੈ, 50A ਨਾਗਰਿਕ ਨੂੰ ਕਹਿੰਦਾ ਹੈ, 48A ਕਿਹਨੂੰ ਕਹਿੰਦਾ ਹੈ? ਸਟੇਟ ਨੂੰ ਕਹਿੰਦਾ ਪ੍ਰੋਟੈਕਟ ਕਰਨ ਲਈ, ਠੀਕ ਹੈ। ਨੰਬਰ 3rd ਦੇ ਉੱਤੇ ਆ ਗਿਆ ਇਨਵਾਇਰਮੈਂਟ ਪ੍ਰੋਟੈਕਸ਼ਨ ਐਂਡ ਪਬਲਿਕ ਇੰਟਰਸਟ ਲਿਟੀਗੇਸ਼ਨ, ਠੀਕ ਹੈ। ਆਰਟੀਕਲ 32 provide that whenever there is a violation of the fundamental right any person can approach the court for an appropriate remedy। PIL ਮਤਲਬ public interest litigation would be maintainable before high court under article 226 and before the supreme court under article 32 pertaining to matter of ਇਨਵਾਇਰਮੈਂਟਲ ਪ੍ਰੋਟੈਕਸ਼ਨ। ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਆਪਾਂ ਨੂੰ ਹੁਣ, ਠੀਕ ਹੈ। ਇਨਵਾਇਰਮੈਂਟ ਪ੍ਰੋਟੈਕਸ਼ਨ ਐਂਡ ਪਬਲਿਕ ਇੰਟਰਸਟ ਲਿਟੀਗੇਸ਼ਨ ਆਰਟੀਕਲ 32 ਇਹ ਪ੍ਰੋਵਾਈਡ ਕਰਦਾ ਹੈ ਕਿ ਜਿੱਥੇ ਵੀ ਕਿਸੇ ਮਨੁੱਖ ਦੇ ਫੰਡਾਮੈਂਟਲ ਰਾਈਟ ਦਾ ਉਲੰਘਣ ਹੁੰਦਾ ਹੈ, ਠੀਕ ਹੈ, ਉਸ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਕੋਰਟ ਦੇ ਵਿੱਚ ਕੇਸ ਕਰ ਸਕਦਾ ਹੈ, ਠੀਕ ਹੈ। ਜੇਕਰ ਆਪਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਗੱਲ ਕਰੀਏ ਤਾਂ ਪਬਲਿਕ ਦਾ ਮਤਲਬ ਹੈ ਲੋਕ, ਇੰਟਰਸਟ ਦਾ ਹਿੱਤ, ਲਿਟੀਗੇਸ਼ਨ ਦਾ ਵਾਦ ਮਤਲਬ ਲੋਕ ਹਿੱਤਵਾਦ, ਠੀਕ ਹੈ। ਯਾਨੀ ਕਿ ਜੇਕਰ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਲਈ ਤੁਸੀਂ PIL ਪਾਉਣੀ ਹੋਵੇ ਤਾਂ ਇਹ PIL ਆਰਟੀਕਲ 32 ਅਨੁਸਾਰ ਸੁਪਰੀਮ ਕੋਰਟ ਵਿੱਚ ਹੋਵੇਗੀ ਕਿ ਜੇਕਰ ਤੁਹਾਡੇ ਫੰਡਾਮੈਂਟਲ ਰਾਈਟ ਦਾ ਉਲੰਘਣ ਹੋਇਆ। ਆਰਟੀਕਲ 22(6) ਅਨੁਸਾਰ ਹਾਈ ਕੋਰਟ ਵਿੱਚ ਪਾ ਸਕਦੇ ਹੋ। ਪਬਲਿਕ ਲਿਟੀਗੇਸ਼ਨ ਤੋਂ ਭਾਵ ਹੈ ਕਿ ਜੇਕਰ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਠੀਕ ਹੈ, ਕੋਈ ਵੀ ਵਿਅਕਤੀ ਕਿਸੇ ਦੂਸਰੇ ਦੇ ਅਧਿਕਾਰ ਦੀ ਉਲੰਘਣਾ ਕਰ ਰਿਹਾ ਹੈ ਤਾਂ ਉਹ ਜਿਹੜਾ ਪੀੜਤ ਵਿਅਕਤੀ ਹੈ ਉਹ PIL ਪਾ ਸਕਦਾ ਹੈ। MC ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਜਿਹੜੀ ਗੈਸ ਲੀਕ ਹੋਈ ਸੀ, ਇਸ ਦੇ ਨਾਲ ਜਿੰਨੇ ਵਿਅਕਤੀ ਸੀ ਜਿਨ੍ਹਾਂ ਨੂੰ ਡੈਮੇਜ ਹੋਇਆ ਸੀ ਉਹਨਾਂ ਨੇ PIL ਰਾਹੀਂ ਕੀ ਸਫਲਤਾ ਪ੍ਰਾਪਤ ਕੀਤੀ ਸੀ। ਅਗਲਾ ਪੁਆਇੰਟ ਆ ਗਿਆ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਐਂਡ ਫੰਡਾਮੈਂਟਲ ਰਾਈਟ ਆਰਟੀਕਲ 21 says that no person shall be deprived of his life or personal liberty except according procedure established by the law। ਕਿ ਕਾਨੂੰਨ ਦੁਆਰਾ ਕੋਈ ਵੀ ਕਾਨੂੰਨ ਬਣਾਉਣ ਤੋਂ ਬਿਨਾਂ ਜੇਕਰ ਉਸਦੇ ਕਿਸੇ ਰਾਈਟ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਅਨਲਾਫੁਲ ਹੋਵੇਗੀ। ਮਤਲਬ ਹਰੇਕ ਪਰਸਨ ਹੈ ਜਿਹੜਾ ਉਸ ਨੂੰ ਆਪਣੀ ਪਰਸਨਲ ਲਿਬਰਟੀ ਦੀ ਪੂਰੀ ਆਜ਼ਾਦੀ ਹੈ, ਸਿਰਫ ਕਾਨੂੰਨ ਹੀ ਰੋਕ ਲਾ ਸਕਦਾ, ਹੋਰ ਕੋਈ ਨਹੀਂ ਲਾ ਸਕਦਾ। ਜਿਹੜਾ 21 ਆਰਟੀਕਲ ਹੈ ਇਹ ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਸ਼ੈਲਟਰ, ਰਾਈਟ ਟੂ ਮੈਡੀਕਲ ਕੇਅਰ, ਰਾਈਟ ਟੂ ਫੂਡ, ਰਾਈਟ ਟੂ ਲਿਵਹੁੱਡ, ਰਾਈਟ ਟੂ ਪ੍ਰਾਈਵੇਸੀ, ਰਾਈਟ ਟੂ ਹੈਲਥੀ ਇਨਵਾਇਰਮੈਂਟ ਦੀ ਗੱਲ ਕਰਦਾ ਹੈ, ਪਰੰਤੂ ਆਪਾਂ ਨੇ ਇੱਥੇ ਸਿਰਫ ਰਾਈਟ ਟੂ ਹੈਲਦੀ ਇਨਵਾਇਰਮੈਂਟ ਦੀ ਹੀ ਗੱਲ
ਕਰਨੀ ਹੈ। ਠੀਕ ਹੈ, ਜਿਵੇਂ ਆਰਟੀਕਲ 21 ਕਹਿੰਦਾ ਹੈ ਕਿ ਜਦੋਂ ਕੋਈ ਵੀ ਪ੍ਰੋਸੀਜਰ ਕਾਨੂੰਨ ਦੁਆਰਾ ਐਸਟੈਬਲਿਸ਼ ਨਹੀਂ ਹੁੰਦਾ ਕੀਤਾ ਜਾਂਦਾ, ਉਸ ਸਮੇਂ ਤੱਕ ਕਿਸੇ ਮਨੁੱਖ ਦੀ ਪਰਸਨਲ ਲਾਇਬਿਲਿਟੀ ਨੂੰ ਡੈਪਰੇਵਡ ਨਹੀਂ ਕੀਤਾ ਜਾ ਸਕਦਾ। ਇਸ ਤੋਂ ਭਾਵ ਹੈ ਕਿ ਸਾਨੂੰ ਇੱਕ ਹੈਲਦੀ ਪਰਿਆਵਰਨ ਦਾ ਅਧਿਕਾਰ ਹੈ। ਆਰਟੀਕਲ 21 ਦੇ ਵਿੱਚ ਕਿਹਾ ਗਿਆ ਹੈ। ਇਸ ਕਰਕੇ ਅਸੀਂ ਇੱਕ ਕਲੀਨ ਇਨਵਾਇਰਮੈਂਟ ਵਿੱਚ ਰਹਿ ਸਕਦੇ ਹਾਂ, ਕਿਉਂਕਿ ਕਲੀਨ ਇਨਵਾਇਰਮੈਂਟ ਦੇ ਵਿੱਚ ਹੀ ਬੰਦਾ ਕੀ ਹੈ, ਵਧੀਆ ਆਪਦਾ ਕੀ ਹੈ, ਸੇਫ ਰਹਿ ਸਕਦਾ, ਨਹੀਂ ਕਿਤੇ ਹੋਰ ਨਹੀਂ ਰਹਿ ਸਕਦਾ। ਇਸ ਦੇ ਵਿੱਚ ਇੱਕ ਸੀਗਾ ਕੇਸ ਇਨ ਮੇਨਕਾ ਗਾਂਧੀ ਵਰਸਜ ਯੂਨੀਅਨ ਆਫ ਇੰਡੀਆ ਦਾ ਸੁਪਰੀਮ ਕੋਰਟ elucidating on the importance of the right to life under Article 21 held while that right to life is not confined to mere animal existence but extended to the right to live with the basic human dignity। ਇਸ ਦੇ ਵਿੱਚ ਸੀਗਾ ਕਿ ਯਾਨੀ ਕਿ ਹਿਊਮਨ ਡਿਗਨਿਟੀ ਦੇ ਨਾਲ ਅਸੀਂ ਲਾਈਫ ਨਾਲ ਜਿਉ ਸਕਦੇ ਹਾਂ, ਉੱਥੇ ਤੱਕ 21 ਆਰਟੀਕਲ ਹੁੰਦਾ ਹੈ। ਇਹ ਸਿਰਫ ਐਨੀਮਲ ਨੂੰ ਬਚਾਉਣ ਦੇ ਲਈ ਹੀ ਨਹੀਂ ਹੁੰਦਾ, ਬਲਕਿ ਹਿਊਮਨ ਦੀ ਲਾਈਫ ਲਈ ਵੀ ਹੈ, ਜਿੱਥੇ ਹਿਊਮਨ ਆਪਣੀ ਲਾਈਫ ਨੂੰ ਵਧੀਆ ਬਤੀਤ ਕਰ ਸਕੇ।